सिखी गुर सिख कमावे गुर सिखी गुर सिख कमावे 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 गुर सिखी गुर सिख कमावे गुर सिखी गुर सिख कमावे गुर चेला चेला गुरु गुर चेला चेला गुरु गुर चेला चेला गुरु गुर गुरु सिख सुनो गुरु सिख सदावे गुरु सिख सुनो गुरु सिख सदावे एक मन एक आराधना एक मन एक मन एक आराधना एक मन एक आराधना बाहर जाता वर्ग रहावे बाहर जाता वर्ग रहावे गुर सिखी गुर सिख कमावे गुर सिखी गुर सिख गुर सिख कमावे गुर सिख कमावे गुर सिख गुर सिख कमावे गुर सिख कमावे गुर सिखी 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 गुर सिख कमावे परम सत्कार्यों गुरु रूप गुरु प्यारी साध संगत जी आप सारे ही एक पावन शब्द श्रवण कर रहे सन गुर सिखी गुर सिख कमावे वार भाई गुरदास जी दी है भाई गुरदास जी कहते हैं जिहड़ा गुरसिख है वह गुरसिखी नूं कमाउंदा है अज 6 पौं की शुरुआत हो गई है आप सारिਆਂ ਨੂੰ पता ही है कि 6-7 महीने तक पहाड़ी राजां दीयां फौजां ते मुगलों दीयां फौजां ने श्री अनंदपुर साहब नूं घेरा पा करके रखिया इतिहास दे विच जिक्र आउंदा है कि उत्थे कितना भयानक समा सी क्योंकि मौत ते बंदे नूं एक वारी आंदी पर भुख कई वारी आंदी सवेर नूं खा लो दोपहर नूं फिर भुख लगदी दोपहर नूं खा लो फिर शामां नूं भुख लग जाती है ते कहंदे हन उत्ते ਸਿੰਘਾਂ दे कोलों राशन पाने ते खत्म हो ही गया सी पर दरखत दे जिहड़े पत्ते सीगे ना साध संगत जी वो भी खत्म हो गए सी इन्ना भयानक समा कलगीधर महाराज के उपर पहाड़ियां राजा ने मुगलों दियां फौजां ने 22 धार दियां फौजां ने घेरा पा करके रखिया कोई इतिहासकार लिखता भी 7 महीने कोई 8 महीने पर 7-8 महीने तक घेरा पा करके रखना एक महाराज जी ने सतलुज दरिया दे विचों एक नहर कड्डी हुई सी नाला
ਜਿਹੜਾ ਅਨੰਦਪੁਰ ਸਾਹਿਬ ਉੱਤੇ ਜਾ ਕਰਕੇ ਮਿਲਦਾ ਸੀ ਘੋੜਿਆਂ ਨੂੰ ਪਾਣੀ ਪਿਆਉਣ ਵਾਸਤੇ, ਉਹ ਪਾਣੀ ਵਰਤਣ ਵਾਸਤੇ ਉਹ ਵੀ ਫਿਰ ਮੁਗਲਾਂ ਦੀਆਂ ਫੌਜਾਂ ਨੇ ਬੰਦ ਕਰਤਾ ਸੀ। ਤੁਸੀਂ ਸਮਝ ਸਕਦੇ ਵੀ ਕਿੰਨਾ ਭਿਆਨਕ ਉਹ ਚਾਹੁੰਦੇ ਕੀ ਸੀਗੇ। ਕਹਿੰਦੇ ਹਨ ਸਾਧ ਸੰਗਤ ਜੀ, ਉਹਨਾਂ ਨੂੰ ਇੱਕੋ ਹੀ ਗੱਲ ਦਾ ਡਰ ਸੀ ਵੀ ਜਦੋਂ ਕਲਗੀਧਰ ਮਹਾਰਾਜ ਨੇ ਸਨ 1699 ਵਾਲੇ ਦਿਨ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਤੇ ਜਦੋਂ ਦਇਆ ਸਿੰਘ ਨੂੰ ਅੰਮ੍ਰਿਤਪਾਨ ਛਕਾਇਆ, ਚੂੜੇ ਦਿੱਤੇ, ਮਹਾਰਾਜ ਨੇ ਨੇਤਰਾਂ ਦੇ ਵਿੱਚ ਚੂੜੇ ਪਾਏ, ਕੇਸਾਂ ਦੇ ਵਿੱਚ ਚੂੜੇ ਪਾਏ, ਨੇਤਰਾਂ ਦੇ ਨਾਲ ਨੇਤਰ ਮਿਲੇ। ਮਹਾਰਾਜ ਨੇ ਵੇਖਿਆ ਭਾਈ ਦਇਆ ਸਿੰਘ ਵੱਲ ਤੇ ਪਹਿਲੇ ਦਇਆ ਸਿੰਘ ਕੋਲੋਂ ਮਹਾਰਾਜ ਪੁੱਛਿਆ ਵੀ ਦਇਆ ਸਿੰਘਾ, ਹੁਣ ਦੁਸ਼ਮਣਾਂ ਦੇ ਨਾਲ ਟਾਕਰਾ ਲੈਣਾ ਪੈਣਾ, ਲੜਨਾ ਪੈਣਾ, ਹੱਕ ਲੈਣ ਵਾਸਤੇ ਲੜਨਾ ਹੀ ਪੈਂਦਾ ਹਮੇਸ਼ਾ। ਤੇ ਦਇਆ ਸਿੰਘ ਦੇ ਇਹ ਬੋਲ ਸੀਗੇ, ਜੀ ਹਮਾਰਾ ਤੋਲਣ ਤਗੜੀ, ਨੰਗੀ ਕਰਦ ਕभी नहीं पकड़ी, चिड़ी उड़े तो हम डर जाए, दुश्मन से कैसे लड़ पाए। केवल दया सिंह नहीं बोल रहा सी, ਇਹ ਹਿੰਦੁਸਤਾਨ ਦੀ ਆਵਾਮ ਜਿਹੜੀ ਨਾ ਮਰਦ ਹੋ ਚੁੱਕੇ ਸਨ, ਹਿੰਦੁਸਤਾਨ ਦੇ ਲੋਕ ਨਿਕੰਮੇ ਹੋ ਚੁੱਕੇ ਸਨ, ਜਿਹੜੇ ਜਿਨ੍ਹਾਂ ਦੀਆਂ ਆਤਮਾ ਮਰ ਗਈਆਂ ਸੀ, ਕੇਵਲ ਸਰੀਰ ਹੀ ਜਿਉਂਦਾ ਸੀ, ਉਹਨਾਂ ਦਾ ਅਣਖ ਮਰ ਚੁੱਕੀ ਸੀ ਜਿਨ੍ਹਾਂ ਦੇ ਵਿੱਚੋਂ। ਇਹ ਹਿੰਦੁਸਤਾਨ ਦੀ ਆਵਾਮ ਦੀ ਆਵਾਜ਼ ਸੀ, ਭਾਈ ਦਇਆ ਸਿੰਘ ਦੀ ਆਵਾਜ਼ ਨਹੀਂ ਸੀਗੀ ਉਹ ਇਕੱਲੀ। ਤੇ ਫਿਰ ਜਦੋਂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਦੀ ਦਾਤ ਬਖਸ਼ੀ, ਨੇਤਰਾਂ ਦੇ ਵਿੱਚ ਚੂੜੇ ਪਾਏ, ਕੇਸਾਂ ਦੇ ਵਿੱਚ ਪਾਏ, ਮਹਾਰਾਜ ਨੇ ਆਪ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਤਿਆਰ ਕੀਤਾ। ਫਿਰ ਉਹੀ ਦਇਆ ਸਿੰਘ ਨੂੰ ਪੁੱਛਣ ਲੱਗੇ, ਭਾਈ ਦਇਆ ਸਿੰਘ ਹੁਣ ਦੱਸ ਕੀ ਹੈ। ਤੇ ਦਇਆ ਸਿੰਘ ਕਹਿਣ ਲੱਗਾ, ਮਹਾਰਾਜ ਪਹਿਲਾ ਹਮਲਾ ਦਿੱਲੀ ਤੇ ਕਰੀਏ ਜਾਂ ਲਾਹੌਰ ਤੇ ਕਰੀਏ। ਉਹ ਸਤਨਾਮ। ਤੇ ਮਹਾਰਾਜ ਕਹਿੰਦੇ ਹੁਣ ਕੀ ਹੋਇਆ? ਕਹਿੰਦੇ ਕੀ ਪਤਾ ਦਾਤਿਆ ਤੇਰੀ ਅੰਮ੍ਰਿਤ ਦੀ ਸ਼ਕਤੀ ਕਿਹੋ ਜਿਹੀ ਹੈ। ਮੇਰੇ ਅੰਦਰ ਦਾ ਸਾਰਾ ਡਰ ਭੈ ਮੈਂ ਮੁਕਤ ਹੋ ਗਿਆ, ਮੈਨੂੰ ਮੌਤ ਤੋਂ ਡਰ ਨਹੀਂ ਲੱਗਦਾ। ਹੁਣ ਸਿਰਫ ਔਰ ਸਿਰਫ ਤੁਹਾਡਾ ਹੁਕਮ ਜਿਵੇਂ ਹੋਏਗਾ ਉਵੇਂ ਹੋਏਗਾ ਹੁਣ ਅੱਗੇ। ਤੇ ਦੇਖੋ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੰਦਰ ਕਿੰਨੀ ਪਾਵਰ ਸੀਗੀ। ਕਈ ਅਣਜਾਣ ਵਿਅਕਤੀ ਕਹਿੰਦੇ ਹਨ ਵੀ ਗੁਰੂ ਸਾਹਿਬ ਜੀ ਨੂੰ ਪਤਾ ਨਹੀਂ ਸੀ ਵੀ ਕਿਲਾ ਛੱਡਣ ਵੇਲੇ ਮਹਾਰਾਜ ਨੂੰ ਕਿੰਨਾ ਨੁਕਸਾਨ ਹੋਣਾ ਹੈ। ਗੁਰੂ ਸਰਬੱਗ ਹੈ ਸਾਧ ਸੰਗਤ ਜੀ, ਗੁਰੂ ਨੂੰ ਕੋਈ ਵੀ ਧੋਖਾ ਨਹੀਂ ਦੇ ਸਕਦਾ। ਘੱਟ ਘੱਟ ਮਾਲਕ ਦਿਲਾ ਕਾ ਸੱਚਾ ਪਰਵਦਗਾਰ, ਉਹ ਸੱਚਾ ਹੈ, ਉਹ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਇਹਨਾਂ ਵੇਲਿਆਂ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਜਦੋਂ ਘੇਰਾ ਪਾ ਕਰਕੇ ਰੱਖਿਆ, ਜਦੋਂ ਇੱਕ ਜੰਗ ਪਹਿਲਾਂ ਵੀ ਹੋਇਆ ਸੀ ਪਹਾੜੀਆਂ ਰਾਜਿਆਂ ਦੇ ਨਾਲ, ਤਕਰੀਬਨ ਇਤਿਹਾਸ ਵਿੱਚ ਆਉਂਦਾ ਵੀ 1.5 ਲੱਖ ਤੋਂ ਵੀ ਵੱਧ ਫੌਜਾਂ ਉਹਨਾਂ ਪਹਾੜੀਆਂ ਰਾਜਾਂ ਦੇ ਕੋਲ ਸੀਗੀਆਂ। ਉਹਨਾਂ ਨੇ ਬੜਾ ਤਗੜਾ ਹੱਲਾ ਬੋਲਿਆ ਸੀ ਉਸ ਵੇਲੇ, ਹਾਥੀ ਨੂੰ ਸ਼ਰਾਬ ਪਿਵਾ ਕੇ। ਜਦੋਂ ਉਹਨਾਂ ਦਾ ਹਾਥੀ ਵੀ ਮਾਰਿਆ ਗਿਆ, ਰਾਜਾ ਕੇਸਰੀ ਚੰਦ ਮਾਰਿਆ ਗਿਆ, ਬੜੀ ਕਰਾਰੀ ਹਾਰ ਹੋਈ ਜਦੋਂ ਖਾਲਸੇ ਤੋਂ। ਫਿਰ ਉਹ ਡਰ ਗਏ ਨਾ, ਫਿਰ ਕਿੱਥੇ ਆਏ, ਸਾਰੇ ਇਕੱਠੇ ਹੋ ਕੇ ਅਹਿਮਦ ਨਗਰ ਵਿੱਚ ਪਹੁੰਚੇ। ਤੇ ਅਹਿਮਦ ਨਗਰ ਉੱਥੇ ਫਿਰ ਔਰੰਗਾ ਬਾਦਸ਼ਾਹ ਸੀਗਾ ਔਰੰਗਜ਼ੇਬ, ਉਹਦੇ ਕੋਲ ਆਏ ਤੇ ਕਹਿਣ ਲੱਗੇ ਬਾਦਸ਼ਾਹ ਸਲਾਮਤ। ਉਹਨਾਂ ਨੇ ਆਪਣੀਆਂ ਗੱਲਾਂ ਨਹੀਂ ਦੱਸੀਆਂ ਵੀ ਕੀ ਅਸੀਂ ਵਰਤਾਰੇ ਕੀਤੇ ਮਹਾਰਾਜ ਦੇ ਨਾਲ। ਉਹ ਕਹਿੰਦੇ ਵੀ ਵਧਾ ਚੜਾ ਕੇ ਗੱਲਾਂ ਦੱਸੀਆਂ। ਕਹਿੰਦੇ ਬਾਦਸ਼ਾਹ ਸਲਾਮਤ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦਾ ਹੈ ਵੀ ਮੇਰੇ ਗੁਰੂ ਪਿਤਾ ਜੀ ਨੂੰ ਬਾਦਸ਼ਾਹ ਨੇ ਸ਼ਹੀਦ ਕੀਤਾ ਹੈ, ਅਸੀਂ ਬਦਲਾ ਲਵਾਂਗੇ, ਦਿੱਲੀ ਦਾ ਤਖਤ ਵੀ ਖੋਵਾਂਗੇ, ਦਿੱਲੀ ਦੇ ਤਖਤ ਦੇ ਉੱਤੇ ਮੇਰਾ ਖਾਲਸਾ ਰਾਜ ਕਰੇਗਾ। ਇੱਕ ਦੋ ਗੱਲਾਂ ਬਣਾ ਕਰਕੇ ਵੱਧ ਚੜਾ ਕਰਕੇ ਔਰੰਗਜ਼ੇਬ ਨੂੰ ਚੁੱਕਿਆ, ਬਹੁਤ ਸਾਰੀਆਂ ਝੂਠੀਆਂ ਗੱਲਾਂ ਦੱਸੀਆਂ। ਤੇ ਉਹਨਾਂ ਵੇਲਿਆਂ ਦੇ ਵਿੱਚ ਸਾਧ ਸੰਗਤ ਜੀ ਤੇ ਫਿਰ 22 ਧਾਰ ਦੇ ਜਿਹੜੇ ਰਾਜੇ ਸੀਗੇ, ਜਦੋਂ ਸੁਣਿਆ ਔਰੰਗਜ਼ੇਬ ਨੇ ਤੇ ਉਹ ਫਿਰ ਉਹਨੂੰ ਵੀ ਫਿਕਰ ਪੈ ਗਿਆ। ਉਹ ਕਹਿੰਦਾ ਵੀ ਇਸ ਤਰ੍ਹਾਂ ਹੈ, ਕਹਿੰਦੇ ਹਾਂ ਮਹਾਰਾਜ। ਫਿਰ ਉਹਦੇ ਕੋਲ ਫਿਰ ਇਜਾਜ਼ਤ ਮੰਗੀ, ਇਹਨਾਂ ਨੇ ਸਹਾਇਤਾ ਵੀ ਮੰਗੀ। ਤੇ ਕਹਿੰਦੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਉਂਦਾ ਫੜਨਾ ਜਾਂ ਕਿਲੇ ਤੋਂ ਬਾਹਰ ਕੱਢਣਾ ਇਹ ਬਹੁਤ ਜ਼ਰੂਰੀ ਹੋ ਚੁੱਕਿਆ, ਖਾਲਸੇ ਦਾ ਗੜ੍ਹ ਬਣ ਚੁੱਕਿਆ ਹੈ। ਹਰੇਕ ਕੋਈ ਬੰਦਾ ਫਰਿਆਦੀ ਬਣ ਕੇ ਆਉਂਦਾ ਹੈ ਤੇ ਉਹਦੀ ਫਰਿਆਦ ਅਨੰਦਪੁਰ ਸਾਹਿਬ ਦੇ ਵਿੱਚ ਮਹਾਰਾਜ ਦਸਾਲਾ ਪਾ ਕਰਕੇ ਤੇ ਕਲਗੀ ਲਗਾ ਕਰਕੇ ਸਿੰਘਾਸਣ ਦੇ ਉੱਤੇ ਬੈਠ ਕਰਕੇ ਹਰੇਕ ਜੀਵ ਦੀ ਪੁਕਾਰ ਉੱਤੇ ਸੁਣੀ ਜਾਂਦੀ ਹੈ। ਉੱਥੇ ਮੁਸਲਮਾਨ ਵੀ ਜਾਂਦਾ ਹੈ, ਹਿੰਦੂ ਵੀ ਜਾਂਦਾ ਹੈ, ਈਸਾਈ ਵੀ ਜਾਂਦਾ, ਜੈਨੀ ਬੋਧੀ ਸਾਰੇ ਜਾਂਦੇ ਹਨ। ਗੁਰੂ ਸਾਹਿਬ ਜੀ ਸਾਰੀਆਂ ਦੀਆਂ ਗੱਲਾਂ ਸੁਣਦੇ ਹਨ।
जात पात दे विच वितकरा नहीं करते। तो तुहानूं पता ही है पातशाह सलामत हुकूमत तुहाडी है, ते तुहाडी हुकूमत नूं खत्म करने वास्ते एक बागी बन के गुरु गोबिंद सिंह महाराज ने फिर आनंदपुर साहब के किले की उसारी करके एक बड़ा मजबूत किला उन्होंने कायम कर दिता है। जेकर समय रहिंदियां नथ नहीं पाई गई तो फिर मुड़ के आने वाले समय दे विच तुहानूं बहुत तकलीफ होएगी। जदों इस तरह दीयां गल्लां औरंगजेब ने सुनी तो औरंगजेब ने फिर हुक्म दिता, कहंदे सूबा जलंधर, सूबा कश्मीर ते साध संगत जी सूबा लाहौर ते सूबा सरहंद ते अनेक तरह के जिहड़े सूबे सीगे, कहंदे हन इतिहास विच आउंदा भी 10 लाख फौजां दा एक घेरा बनाया गया। फिर कलगीधर महाराज नूं फड़न वास्ते उन किले के आले दुआले फिर फौजां लग गई। 1 महीना बतीत होया, 2 महीना, 3, 4, 5, 6, 7 महीने तक बतीत हो गए। जोर पूरा लग चुकिया सी। ਸਿੰਘਾਂ ਦੇ ਕੋਲ भी रस्ता बस्ता सारियां बंद हो गई। कोई संगतां नूं अंदर आण ना देवे, कोई अंदरों बंदा बाहर ना जावे। ते फिर सिंह कई बारी बेचारे मुगलों कोलों राशन पानी खो के ते फिर लंगर भी चलाउंदे, पर वो कितना दिन तक हुंदा। कई सिंह शहीद भी हो जाते। बड़ा औखा समा है। फिर जिहड़े पत्ते सीगे हरे भरे दरखत दे वो भी छक गए सारे, ते बच्चे रोंदे कुरलांदे भुगदे मारी सारे उत्थे जिहड़े रहिंदे सी। फिर सिंह कहंदे भी हल्ला बोलिए, लियाइए राशन पानी ते फिर लंगर चलाइए। कई बार इदां चलदा रहा। ते साध संगत जी फिर कहंदे हन, इन्हां ने फिर गुरु साहब जी कोल अपने वकील नूं भेज दे। कहंदे महाराज तुसीं किला छड्ड दिओ, तुसीं किला छड्ड के जाओगे। उन्होंने भी नग का सवाल बन गया। हुण 6-7 महीने 8 महीने घेरे पाण नूं हो गए। क्यों साध संगत जी पहला सब तो पहला जिहड़ी हुकूमत सीगी ना, कहंदे अज तो सन 1987 तो पहला रसिया का राज से हिंदुस्तान अपना पूरे वर्ल्ड दे विच 80-87 इस तो पहला 1900। फिर उस तो बाद राज सीगा जी यूके का, इंग्लैंड का। फिर उस तो बाद उस तो पहला फिर राज सीगा हिंदुस्तान का, जिहड़ा सब तो ताकतवर बादशाह सी औरंगजेब जी दी मक्के तिकण चलदी सी ते इहदे कोलों पुछ के सारा कुछ कीता जांदा सी। हिंदुस्तान दी हुकूमत पूरे विश्व दे विच राज करदा सी औरंगजेब, इहदी बड़ी चलदी सीगी। ते साध संगत जी कहंदे नग दा सवाल बन गया। पूरे वर्ल्ड दे विच हाहाकार मच गई। कहंदे एक गुरु नूं एक फकीर हिंदुस्तान के बादशाह को काबू नहीं आ रहा। उन्होंने भी नग का सवाल बन गया, किता की जावे। हुण किले दे विच जावे कौन? वो किला भी इस तरह का महाराज ने बनाया सी, किसी की हिम्मत नहीं पैंदी सी, कोई जुगाड़ ही नहीं सी पहला। ते बड़ी कोशिश भी की सी उन्होंने, हाथी नूं शराब पिवा करके भेजिया सी, हाथी भी मारिया गया। उन्होंने भी बथेरा नुकसान होया, इधरों सिंघां दा भी होया। ते साध संगत जी बाहर अंदर वाले ते थक चुके सी, भुख तो परेशान सी। ते साध संगत जी बाहर वाले भी अक चुके सी। जिहड़ियां फौजां बैठियां सी ना वो भी अक गईयां सन, क्योंकि 7-8 महीने का घेरा वो भी तंग आ चुके सी। उन्होंने भी काफी नुकसान हो गया सी। वो कहते पर किता की जाए। अपने वकीलों नूं भेज करके कहते महाराज तुसीं इंज करो भी किला छड्ड दिओ, साडी भी रह जाएगी, तुहाडा भी कोई नुकसान असीं होण नहीं देवांगे। परण करदे हां ठाकुर दी कसम आटे दी गऊ बना करके कुराना दी कसमां खा करके वकील नूं भेजिया। ते फिर सिंह कहंदे भी महाराज कृपा करो छड्ड दईए किला। गुरु गोबिंद सिंह सच्चे पातशाह जी महाराज घट घट के अंतर की जान कहन लगे, सिंहो जे किला छड्डिया ते वो नुकसान होना आने वाले समय दे विच कदे भी पूरा नहीं होएगा, घाटा नुकसान बहुत होना। इन्हां दियां ये जिहड़े कसम खा रहे ने, जिहड़े वादे कर रहे ने, इन्हां दे उपर मैनूं कोई यकीन नहीं है। गुरु साहब जानते संसारियां गल्लां, पर कहते सिंघां नूं खालसे नूं सुचेत करन वास्ते ना महाराज ने कहा भी उन्हां दे वकीलां नूं कहा ठीक है भी असीं छड्ड दिंदे हां किला, ते तुसीं इंज करो अपने गड्डे भेज दिओ, रेड़े ते गड्डे, ਉਹਦੇ ਉੱਪਰ ਅਸੀਂ अपना पहला समान बाहर कढ़ांगे फिर ਅਸੀਂ जावांगे। खालसे नूं सुचेत करना सी महाराज ने। फिर महाराज ने गड्डे ते रेड़े भी उन्हां दे मंगवाए, अपने नहीं महाराज ने वरते। ते फिर उन्होंने गड्डे ते रेड़े भेजे। फिर जिन्ना भी आनंदपुर साहब का गंद मन सीगा ना, रूड़ियां
ਭੰਗਾਰ ਜੋ ਵੀ ਸੀਗੀ, ਘੋੜੇ ਦੀਆਂ ਲਿੱਦਾਂ ਸਾਰਿਆਂ ਨੂੰ ਕੋਟਲੀ ਵਿੱਚ ਬੰਦ ਕੇ ਨਾ ਤੇ ਵਧੀਆ ਤਰੀਕੇ ਦੇ ਨਾਲ ਗੰਦਮੰਦ ਕਬਾੜ ਜਾਂ ਸਾਰਾ ਭਰ ਕੇ ਤੇ ਫਿਰ ਸਾਧ ਸੰਗਤ ਜੀ ਕਹਿੰਦੇ ਹਨ ਵੀ ਉਹ ਗੱਡੇ ਦੇ ਉੱਤੇ ਲੱਦ ਕੇ ਨਾ ਉੱਪਰ ਮਹਾਰਾਜ ਨੇ ਸੋਹਣੇ ਦੁਸਾਲੇ ਪਾਤੇ ਵਧੀਆ, ਤੇ ਫਿਰ ਉਹ ਬਾਹਰ ਕੱਢ ਦਿੱਤੇ। ਜਿਵੇਂ ਉਹ ਗੱਡੇ ਬਾਹਰ ਨਿਕਲੇ ਤੇ ਲੁੱਟ ਮਚ ਗਈ ਉਹਨਾਂ ਦੀ। ਸਾਧ ਸੰਗਤ ਜੀ ਜਦੋਂ ਲੁੱਟ ਮਚ ਗਈ ਤੇ ਫਿਰ ਉਹ ਪੋਟਲੀਆਂ ਲੈ ਕਰਕੇ ਦੌੜਨ ਲੱਗ ਪਏ, ਸਾਰੇ ਲੁੱਟ ਮਾਰ ਹੋ ਗਈ। ਤੇ ਜਦੋਂ ਉੱਥੇ ਜਾ ਕੇ ਰੱਖੀਆਂ ਪੋਟਲੀਆਂ ਜਿੱਥੇ ਕੁਰਾਨ ਦੀਆਂ ਆਇਤਾਂ ਪੜ੍ਹਦੇ ਸਨ, ਗੀਤਾ ਦਾ ਪਾਠ ਕਰਦੇ ਸਨ, ਤੇ ਫਿਰ ਉਹਨਾਂ ਨੇ ਖੋਲ ਕੇ ਵੇਖਿਆ ਤੇ ਬੜੇ ਬੇਸ਼ਰਮ ਹੋਏ। ਉਹਦੇ ਵਿੱਚੋਂ ਲਿੱਦਾਂ ਨਿਕਲੀਆਂ, ਰੂੜੀਆਂ ਨਿਕਲੀਆਂ, ਸ਼ਰਮਿੰਦੇ ਹੋ ਗਏ। ਮਹਾਰਾਜ ਨੇ ਖਾਲਸੇ ਨੂੰ ਸੁਚੇਤ ਕੀਤਾ ਵੀ ਕੱਲ ਨੂੰ ਇਹ ਖਾਲਸਾ ਇਹ ਨਾ ਕਹੇ ਵੀ ਗੁਰੂ ਨੂੰ ਪਤਾ ਨਹੀਂ ਹੈ ਕੁਝ ਵੀ। ਸਾਧ ਸੰਗਤ ਜੀ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਗੁਰੂ ਸਮਰਥ ਹੈ, ਗੁਰੂ ਪਰਮੇਸ਼ਰ ਹੈ। ਗੁਰੂ ਦੀ ਵਡਿਆਈ, ਨਿਰੰਕਾਰ ਦੀ ਵਡਿਆਈ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਗੁਰੂ ਤੇ ਨਿਰੰਕਾਰ ਦੇ ਵਿੱਚ ਕੋਈ ਭੇਦ ਨਹੀਂ ਹੈ। ਉਹ ਸਾਨੂੰ ਸਮਝਾਉਣ ਵਾਸਤੇ ਸਰਗੁਣ ਰੂਪ ਦੇ ਵਿੱਚ ਆ, ਨਿਰਗੁਣ ਰੂਪ ਤੋਂ ਸਰਗੁਣ ਹੋ ਕਰਕੇ ਰੂਪ ਵਿੱਚ ਆ ਕਰਕੇ ਸਾਨੂੰ ਸਮਝਾਉਂਦੇ ਨੇ, ਸਾਨੂੰ ਸੁਚੇਤ ਕਰਦੇ ਹਨ ਸਤਿਗੁਰੂ ਜੀ। ਤੇ ਇਤਿਹਾਸ ਕਹਿੰਦਾ ਫਿਰ ਜਦੋਂ ਹੋਰ ਸਮਾਂ ਨਿਕਲ ਗਿਆ ਤੇ ਫਿਰ ਔਰੰਗਜ਼ੇਬ ਨੇ ਫਿਰ ਕੁਰਾਨ ਦੀ ਕਸਮ ਖਾ ਕੇ ਆਪ ਆਪਣੇ ਹੱਥੀਂ ਲੈਟਰ ਲਿਖ ਕੇ, ਚਿੱਠੀ ਲਿਖ ਕੇ ਕੁਰਾਨ ਦੀ ਕਸਮ ਚੁੱਕ ਕੇ ਤੇ ਫਿਰ ਪਹਾੜੀਆਂ ਰਾਜਿਆਂ ਨੇ ਵੀ ਫਿਰ ਠਾਕੁਰ ਦੀ ਮੂਰਤੀ ਤੇ ਆਟੇ ਦੀ ਗਊ ਬਣਾ ਕਰਕੇ ਇਹਨਾਂ ਨੇ ਵੀ ਦਸਤਖਤ ਕੀਤੇ। ਕਹਿੰਦੇ ਮਹਾਰਾਜ ਹੁਣ ਜਿਨ੍ਹਾਂ ਪਿਛਲੇ ਜਿਹੜਾ ਸਾਡੇ ਅਫਸਰਾਂ ਨੇ ਜਿਹੜੀ ਵਾਅਦਾ ਖਿਲਾਫੀ ਕੀਤੀ ਸੀ ਤੁਹਾਡੇ ਨਾਲ, ਜਿਹੜੀ ਜਾਸਤੀ ਹੋਈ ਸੀ, ਉਹਦੇ ਵਾਸਤੇ ਅਸੀਂ ਮਾਫੀ ਮੰਗਦੇ ਹਾਂ ਤੇ ਤੁਸੀਂ ਕਿਰਪਾ ਕਰੋ, ਹੁਣ ਤੁਹਾਨੂੰ ਕੋਈ ਖਤਰਾ ਨਹੀਂ ਹੈ, ਤੁਸੀਂ ਹੁਣ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿਓ। ਤੇ ਫਿਰ ਜਿਹੜੇ ਸਾਡੇ ਵਰਗੇ ਸਿੱਖ ਸੀਗੇ ਉਹ ਕਹਿਣ ਲੱਗੇ ਮਹਾਰਾਜ ਛੱਡ ਦਿਓ, ਹੁਣ ਕੀ ਪਤਾ ਹੁਣ ਮੌਕਾ ਮਿਲ ਰਿਹਾ ਬਾਅਦ ਚ ਮੁਗਲ ਸਾਨੂੰ ਮੌਕਾ ਦੇਵੇ ਕਿ ਨਾ ਦੇਵੇ। ਉਹ ਜਿਹੜੇ ਸਾਡੇ ਵਰਗੇ ਸੀਗੇ ਉਹ ਮਾਤਾ ਜੀ ਦੇ ਕੋਲ ਦੌੜ ਗਏ। ਮਾਤਾ ਗੁਜਰ ਕੌਰ, ਮਾਤਾ ਜੀ ਨੂੰ ਦੱਸਿਆ, ਮਾਤਾ ਜੀ ਹੁਣ ਤੇ ਬਾਦਸ਼ਾਹ ਦੇ ਹੱਥੋਂ ਚਿੱਠੀ ਲਿਖ ਕੇ ਆਈ ਹੈ, ਬਾਦਸ਼ਾਹ ਨੇ ਕਿਹਾ ਵੀ ਅਸੀਂ ਹਮਲਾ ਨਹੀਂ ਕਰਾਂਗੇ, ਤੁਸੀਂ ਪਿਆਰ ਨਾਲ ਜਾ ਸਕਦੇ ਹੋ ਤੇ ਤੁਸੀਂ ਗੁਰੂ ਸਾਹਿਬ ਜੀ ਨੂੰ ਦੱਸੋ। ਮਾਤਾ ਜੀ ਨੇ ਵੀ ਕਿਹਾ, ਮਾਤਾ ਜੀ ਨੇ ਕਿਹਾ ਵੀ बेटा जीओ कृपा करो, फिर चलिए फिर अनंदपुर साहब छड़ के। हुण इत्थे ते कुछ भी नहीं रहा, सिंह भी बड़े परेशान है। हुण ते बादशाह ने लिख के भेजिया भी तुहानू कोई खतरा नहीं। महाराज कहने लगे माता जी ये जिहड़े राजनीतिक लोग हुंदे ने इन्हां दा धर्म ईमान कोई नहीं हुंदा, ये झूठ बोल रहे ने। माता जी कहंदे नहीं तुसीं हुण छड्ड ही दिओ किला, मेरा कहना मन लिओ। महाराज कहंदे भी देख लो फिर तुहाडी मर्जी है। बथेरा जोर लाया ते माता जी रथ दे उत्ते सवार हो गए, कहने लगे फिर मैं चली हां। तो महाराज कहते फिर रुको। महाराज ने फिर आप हुक्म किया, कहते भी करो फिर तैयारी, ये ना होवे खालसा मैनू कभी भी सुचेत नहीं किया गुरु ने। मैं तो हुण तुहानू सुचेत कर ही दिता भी शाम दाम दंड भेद सारा कुछ वरतते हैं राजनीतिक लोग। ते साध संगत जी फिर गुरु साहब जी ने कमर कसा किया, शस्त्र सजाए, घोड़ा तैयार किया सिंघां ने महाराज दा। सब तो पहला महाराज फिर उत्थे गए सीसगंज गुरुद्वारे साहिब, गुरु तेग बहादुर महाराज के सीस का जिते संस्कार किया। दो सीसगंज गुरुद्वारे हैं, एक दिल्ली विच है जिते धड़ दा संस्कार होया ते एक अनंदपुर साहिब दे विच है जिहदी बड़ी महानता है, क्योंकि अनंदपुर साहिब दे बानी श्री गुरु तेग बहादुर महाराज जी सन। उन्होंने अनंदपुर साहिब की नगरी वसाई सी। साध संगत जी फिर महाराज ने सीसगंज साहिब गुरुद्वारे जाकर के मत्था टेकिया। श्री गुरु तेग बहादुर सच्चे पातशाह जी महाराज के चरणों में अरदास की। कहने लगे सच्चे पातशाह आप जी की सेवा निभाउंदियां होइयां विचरदियां होइयां इत्थे अनंदपुर साहिब की धरती ते गुरमत का प्रचार करदियां होइयां बेअंत भुलां चुका की माफी बख्शिश करनी। हुण आप जी का खालसा अनंदपुर साहिब के किले नूं छड्ड के जा रहा है, आप अंग समूह के साई होना। मत्था टेकिया, महाराज ने अरदासा सोधियां ते साध संगत जी घोड़े ते सवार होए। एक एक सिंघां ने 5-5 7-7 तलवारां दे कमर कसे पाए, बरछे लीते हाथ विच, घोड़े दे उत्ते सवार होए। क्योंकि समा इतना भयानक सी, कैसा समा होएगा तुसीं सोच सकदे भी गुरु साहब जी ने कैसे समय नूं पार किया। महाराज ने देखो
ਤੇ ਫਿਰ ਘੋੜੇ ਦੇ ਉੱਤੇ ਸਵਾਰ ਹੋਏ ਤੇ ਜਦੋਂ ਜਾਣ ਲੱਗੇ ਤੇ ਹਨੇਰਾ ਬਹੁਤ ਸੀ। 6 ਪੌ ਦੀ ਰਾਤ ਨੂੰ 12 ਵਜੇ ਦਾ ਟਾਈਮ, ਉੱਪਰੋਂ ਬਾਰਿਸ਼ ਵੀ ਹੋ ਰਹੀ ਸੀ, ਬੜਾ ਠੰਡਾ ਮੌਸਮ। ਤੇ ਸਾਧ ਸੰਗਤ ਜੀ ਹਨੇਰਾ ਬਹੁਤ, ਤੇ ਸਿੰਘਾਂ ਨੇ ਕਿਹਾ ਵੀ ਦਇਆ ਸਿੰਘ ਨੂੰ ਮਹਾਰਾਜ ਕਹਿੰਦੇ ਵੀ ਕੋਈ ਜੁਗਾੜ ਨਹੀਂ ਵੀ ਥੋੜਾ ਉਜਾਲਾ ਹੋਵੇ, ਸ਼ਮਾ ਜਗਾ ਲਓ ਕੋਈ ਤੇਲ ਪਾ ਕਰਕੇ। ਕਹਿਣ ਲੱਗੇ ਉਜਾਲਾ ਕਰੋ। ਕਹਿਣ ਲੱਗੇ ਮਹਾਰਾਜ ਤੇਲ ਹੈ ਨਹੀਂ, ਜੇ ਤੁਸੀਂ ਕਿਰਪਾ ਕਰੋ ਤੇਲ ਮਿਲ ਜਾਵੇ ਤੇ ਫਿਰ ਉਜਾਲਾ ਹੋ ਜਾਏਗਾ। ਤੇ ਫਿਰ ਜਿਹੜੇ ਵਹੀਰ ਬਜ਼ੁਰਗ ਹਨ, ਬੱਚੇ ਹਨ, ਕਿਉਂਕਿ ਜਿਹੜਾ ਰਸਤਾ ਸੀਗਾ ਉਹ ਉਗੜ ਦੁਗੜ ਰਸਤਾ ਸੀਗਾ ਪਗਡੰਡੀ ਦਾ, ਅਨੰਦਪੁਰ ਸਾਹਿਬ ਤੋਂ ਥੱਲੇ ਜਦੋਂ ਬਾਹਰ ਨਿਕਲਦੇ, ਤੇ ਰਾਤ ਦਾ ਵੇਲਾ, ਮੀਂਹ ਵੀ ਪੈ ਰਿਹਾ। ਫਿਰ ਮਹਾਰਾਜ ਦੇ ਹੱਥ ਵਿੱਚ ਕਲਪਾ ਬਰਛਾ ਸੀਗਾ ਇੱਕ। ਮਹਾਰਾਜ ਕਹਿੰਦੇ ਵੀ ਠੀਕ ਹੈ, ਤੁਸੀਂ ਇੰਝ ਕਰੋ ਖੂਹ ਦੇ ਵਿੱਚ ਨੁੱਕਰ ਜਾ ਲਾ ਕੇ ਨਾ ਬਰਛੇ ਦਾ, ਤੇ ਜਿੰਨਾ ਤੁਹਾਨੂੰ ਲੋੜ ਹੈ ਉਹਨਾਂ ਤੇਲ ਕੱਢ ਲਿਓ। ਸਾਧ ਸੰਗਤ ਜੀ ਗੁਰੂ ਸਮਰੱਥ ਹੈ, ਗੁਰੂ ਸਭ ਕੁਝ ਕਰ ਸਕਦਾ ਹੈ, ਪਰ ਗੁਰੂ ਵਾਹਿਗੁਰੂ ਦੇ ਭਾਣੇ ਵਿੱਚ ਚੜਿਆ ਸਾਨੂੰ ਜਿਉਣਾ ਸਿਖਾਇਆ ਮਹਾਰਾਜ ਨੇ ਕਿ ਜ਼ਿੰਦਗੀ ਵਿੱਚ ਕਦੇ ਵੀ ਮੁਸੀਬਤ ਆਵੇ ਤੇ ਡੋਲਣਾ ਨਹੀਂ, ਦ੍ਰਿੜ ਨਿਸ਼ਚਾ ਰੱਖਣਾ। ਜੋ ਵੀ ਹੁੰਦਾ ਵਾਹਿਗੁਰੂ ਦੀ ਮਰਜ਼ੀ ਤੋਂ ਹੁੰਦਾ ਹੈ, ਆਪਣੀ ਸ਼ਕਤੀ ਦਾ ਦੁਰਉਪਯੋਗ ਨਹੀਂ ਕਰਨਾ, ਵਾਹਿਗੁਰੂ ਦੀ ਰਜ਼ਾ ਵਿੱਚ ਰਹਿਣਾ, ਭਾਣੇ ਵਿੱਚ ਚੱਲਣਾ ਕਿਤਨਾ ਜ਼ਰੂਰੀ ਹੈ। ਇਹ ਕਿਤੇ ਸਿੱਖਣ ਨੂੰ ਮਿਲਦਾ ਹੈ ਤੇ ਮੇਰੇ ਕਲਗੀਆਂ ਵਾਲੇ ਤੋਂ ਸਿੱਖਣ ਨੂੰ ਮਿਲਦਾ, ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਸਿੱਖਣ ਨੂੰ ਮਿਲਦਾ, ਜਿਹੜੇ ਤੱਤੀ ਤਵੀ ਤੇ ਬੈਠ ਕੇ ਵੀ ਐਡਾ ਦੁੱਖ ਸਹਾਰ ਗਏ, ਮਾਸ ਚੜ ਗਿਆ, ਪਿੰਜੜੀਆਂ ਨਿਕਲ ਗਈਆਂ, ਹੱਡੀਆਂ ਨਿਕਲ ਗਈਆਂ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੋਈ ਕੁੰਤਕ ਨਹੀਂ ਦਿਖਾਇਆ। ਕੋ ਸਤਨਾਮ। ਦੇਗਾਂ ਦੇ ਵਿੱਚ ਉਬਾਲੇ ਖਾ ਗਏ, ਭਾਈ ਮਨੀ ਸਿੰਘ ਜੀ ਨੇ ਬੰਦ ਕਟਵਾ ਲਏ, ਭਾਈ ਦਇਆਲਾ ਜੀ ਦੇਗਾਂ ਦੇ ਵਿੱਚ ਉਬਾਲੇ ਖਾ ਗਏ, ਭਾਈ ਮਤੀ ਦਾਸ ਸਤੀ ਦਾਸ ਜੀ ਆਰੇ ਦੇ ਨਾਲ ਚਿਰ ਕੇ ਰੂਹ ਦੇ ਵਿੱਚ ਲਪੇਟ ਕੇ ਸ਼ਹੀਦ ਹੋ ਗਏ, ਪਰ ਕਰਾਮਾਤਾਂ ਨਹੀਂ ਦਿਖਾਈਆਂ। ਗੁਰੂ ਘਰ ਦੇ ਵਿੱਚ ਕਰਾਮਾਤ ਕਹਿਰ ਦਾ ਨਾਮ ਹੈ, ਪਰ ਜਿੱਥੇ ਜਿੱਥੇ ਲੋੜ ਪਈ ਸਤਿਗੁਰੂ ਜੀ ਨੇ ਆਪ ਕਲਾ ਵਰਤਾਈ ਹੈ। ਉਹ ਜੋ ਮਰਜ਼ੀ ਕਰ ਸਕਦੇ ਹੈ। ਗੁਰੂ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੇ ਸੋ ਪ੍ਰਵਾਨ। ਜੋ ਉਹਨਾਂ ਨੂੰ ਪਾਉਂਦਾ ਉਹ ਪ੍ਰਵਾਨ ਹੈ। ਗੁਰੂ ਸਾਹਿਬ ਜੀ ਨੇ ਕਲਪਾ ਬਰਛਾ ਦਿੱਤਾ, ਸਿੰਘਾਂ ਨੇ ਫਿਰ ਇਸ ਤਰ੍ਹਾਂ ਨੁੱਕਰ ਲਾ ਕੇ ਤੇਲ ਕੱਢਿਆ, ਫਿਰ ਉਸ ਤੇਲ ਦੇ ਨਾਲ ਫਿਰ ਸ਼ਮਾ ਜਗਾ ਕਰਕੇ ਉਜਾਲਾ ਕੀਤਾ ਗਿਆ, ਜਿਹਦੇ ਨਾਲ ਫਿਰ ਸੰਗਤਾਂ ਬਾਹਰ ਨਿਕਲੀਆਂ। ਤੇ ਸਾਧ ਸੰਗਤ ਜੀ ਪਹਿਲਾਂ ਗੱਡੇ, ਬੱਚੇ, ਬਜ਼ੁਰਗ, ਵਹੀਰ, ਉਹਨਾਂ ਨੂੰ ਬਾਹਰ ਕੱਢਿਆ ਗਿਆ। ਫਿਰ ਮਹਾਰਾਜ ਕਹਿੰਦੇ ਫਿਰ ਸਾਡਾ ਖਜ਼ਾਨਾ ਜਾਏਗਾ, ਫਿਰ ਖਜ਼ਾਨੇ ਨੂੰ ਬਾਹਰ ਕੱਢਿਆ ਗਿਆ। ਫਿਰ ਉਸ ਤੋਂ ਬਾਅਦ ਮਹਾਰਾਜ ਕਹਿੰਦੇ ਹੁਣ ਅਸੀਂ ਚਾਲੇ ਪਾਵਾਂਗੇ। ਪਿੱਛੇ ਫਿਰ ਸਿੰਘ 500 ਘੋੜ ਸਵਾਰੀ ਲੜਾਕੂ ਸਿੰਘ ਜਿਹੜੇ ਚੜ੍ਹਦੀ ਕਲਾ ਵਾਲੇ ਸੀਗੇ, 500 ਸਿੰਘਾਂ ਦੀ ਟੋਲੀ ਸੀਗੀ ਸਾਧ ਸੰਗਤ ਦੀ ਫੌਜ, 500 ਸਿੰਘਾਂ ਦੀ। ਉਹ ਘੋੜੇ ਲੈ ਕਰਕੇ ਤਿਆਰ ਹੋ ਕਰਕੇ ਸਭ ਤੋਂ ਪਿੱਛੇ ਹੋ ਗਏ। ਤੇ ਸਾਧ ਸੰਗਤ ਜੀ ਜਿਵੇਂ ਹੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਕਹਿੰਦੇ ਸਿੱਖਾਂ ਦਾ ਗੁਰੂ ਤੇ ਜਾ ਰਿਹਾ, ਜਿਹਦੇ ਵਾਸਤੇ ਅਸੀਂ 7-8 ਮਹੀਨੇ ਘੇਰੇ ਪਾ ਕੇ ਰੱਖਿਆ, ਫੜੋ ਇਹਨਾਂ ਨੂੰ, ਕਿਵੇਂ ਤੁਸੀਂ ਜਾਣ ਦੇ ਰਹੇ? ਕਿੱਥੇ ਗਈਆਂ ਉਹਨਾਂ ਦੀਆਂ ਝੂਠੀਆਂ ਕਸਮਾਂ, ਕਿੱਥੇ ਗਏ ਉਹਨਾਂ ਦੇ ਈਮਾਨ? ਤੇ ਧਾਵਾ ਬੋਲ ਦਿੱਤਾ, ਯਾ ਅਲੀ, ਜੈ ਸ੍ਰੀ ਰਾਮ ਦੇ ਨਾਰੇ ਲੱਗਦੇ ਹੋਏ ਗੁਰੂ ਸਾਹਿਬ ਦੇ ਉੱਤੇ ਧਾਵਾ ਬੋਲ ਦਿੱਤਾ। ਸਾਧ ਸੰਗਤ ਜੀ ਬਹੁਤ ਨੁਕਸਾਨ ਹੋਇਆ। ਫਿਰ 6 ਪੌ ਦੀ ਰਾਤ ਕਹਿੰਦੇ ਹਨ ਬੜਾ ਘਮਸਾਨ ਦਾ ਜੰਗ ਹੋਇਆ ਸਰਸਾ ਦੇ ਕਿਨਾਰੇ ਤੇ ਫਿਰ 50 ਸਿੰਘਾਂ ਦਾ ਜਥਾ ਤੇ ਪਿੱਛੇ ਬਾਬਾ ਅਜੀਤ ਸਿੰਘ ਜੀ ਲੜਦੇ ਹੋਏ ਮਹਾਰਾਜ ਪੁੱਛਦੇ ਨੇ ਭਾਈ ਦਇਆ ਸਿੰਘ ਜੀ ਨੂੰ, ਕਹਿੰਦੇ ਵੀ ਕਿੱਥੇ ਹੈ ਬਾਬਾ ਅਜੀਤ ਸਿੰਘ? ਭਾਈ ਉਦੇ ਸਿੰਘ ਕਹਿਣ ਲੱਗਾ ਸੱਚੇ ਪਾਤਸ਼ਾਹ ਪਿੱਛੇ ਜੰਗ ਕਰ ਰਹੇ ਨੇ, ਦੁਸ਼ਮਣਾਂ ਦੇ ਨਾਲ ਲੋਹਾ ਲੈ ਰਹੇ ਨੇ। ਮਹਾਰਾਜ ਕਹਿੰਦੇ ਬਾਬਾ ਅਜੀਤ ਸਿੰਘ ਜੀ ਨੂੰ ਲਿਆਓ ਸਾਡੇ ਕੋਲ। ਬਾਬਾ ਉਦੇ ਸਿੰਘ ਜੀ ਭਾਈ ਮੰਨੀ ਸਿੰਘ ਜੀ ਦੇ ਬੇਟੇ, ਤੇ ਇਹ ਫਿਰ ਗਏ ਜੰਗੀ ਜਰਨੈਲ ਸੀ ਬਾਬਾ ਉਦੇ ਸਿੰਘ ਜੀ। ਇਹਨਾਂ ਦੇ ਭਾਈ ਮੰਨੀ ਸਿੰਘ ਜੀ, ਇਹਨਾਂ ਦੇ ਦਾਦਾ ਜੀ ਬੱਲੂ ਜੀ, ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਰਹੇ, ਸ਼ੁਰੂ ਤੋਂ ਹੀ ਇਹ ਲੜਾਕੂ ਰਹੇ ਤੇ ਜਰਨੈਲ ਰਹੇ, ਕਿਉਂਕਿ ਇਹਨਾਂ ਨੂੰ ਜੰਗ ਯੁੱਧਾਂ ਦਾ ਬਹੁਤ ਜ਼ਿਆਦਾ ਪਤਾ ਸੀ। ਜਰਨੈਲ ਸੀ ਪਹਿਲਾਂ, ਇਹਨਾਂ ਨੂੰ ਸ਼ਸਤਰ ਵਿਦਿਆ ਬਹੁਤ ਸੀ ਇਹਨਾਂ ਦੇ ਕੋਲ। ਤੇ ਫਿਰ ਇਤਿਹਾਸ ਕਹਿੰਦਾ ਸਾਧ ਸੰਗਤ ਜੀ ਬਾਬਾ ਉਦੇ ਸਿੰਘ ਜੀ 1.5 ਪੈਰ ਤੱਕ ਲੜਦੇ ਰਹੇ, 4.5 ਘੰਟੇ ਤੱਕ ਲੜਾਈ ਕੀਤੀ ਬਾਬਾ ਉਦੇ ਸਿੰਘ ਨੇ, ਫਿਰ ਸ਼ਹੀਦ ਹੋ ਗਏ। ਤੇ ਉਧਰ ਬਾਬਾ ਅਜੀਤ ਸਿੰਘ ਜੀ ਆ ਗਏ ਤੇ ਫਿਰ ਸਰਸਾ ਦੇ ਕੰਢੇ ਤੇ ਆ ਕੇ ਮਹਾਰਾਜ ਨੇ ਫਿਰ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਕਹਿੰਦੇ ਚਲੋ ਹੁਣ ਲੰਘ ਚਲੋ ਸਰਸਾ ਨਦੀ ਵੀ ਫਿਰ ਨੱਕੋ ਨੱਕ ਭਰੀ ਹੋਈ ਸੀ,
उपरों मीह भी पै रहा सी, बरसात का टाइम, हनेरी रात, काली गोड़ी रात है। तारियां दी छत दे थले, नीले आसमान दे थले कलगीधर महाराज सच्चे पातशाह जी दे नाल 35 सिंह, 2 साहिबजादे ते गुरु गोबिंद सिंह जी महाराज सरसा नदी नूं पार करके एक पासे, माता सुंदरी जी, माता साहिब कौर जी देवा, भाई मनी सिंह जी एक पासे, छोटे साहिबजादे माता गुजर कौर वो एक पासे। 3 हिस्से दे विच वंडी गई महाराज दी, महाराज दा परिवार 3 हिस्से विच वंडिया गया। ते जिहड़े वहीर ते बुजुर्ग बच्चे जिहड़े सीगे वो सरसा नदी दी भेंट चढ़ गए, क्योंकि नदी भी बड़ी जोर दी वग रही सी, उपरों मीह भी पै रहा सी। ते सच्चे पातशाह नूं जांदे जांदे बुजुर्ग जिहड़े सीगे वो फतेह बुलांदे, कहंदे कलगीधर महाराज इतनी को सेवा प्रवान करनी, हुण बांह कम नहीं करदी, पानी बड़ा जोर दी बह रहा, हुण असीं लाड़ी मौत विआउण चले, तुसीं फतेह प्रवान करनी। देखो कितना सिदक सीगा ਸਿੰਘਾਂ ਦਾ। ते साध संगत जी फिर कलगीधर महाराज जो जिवें बाहर निकले रोपड़ नूं चाले पाए, ते अगों फिर रंगड़ दी जिहड़े रंगड़े सीगे उन्हां ने फिर हला बोलता। ते माता गुजर कौर फिर अज 6 पौ ते 7 पौ दी रात नूं कुंभे मासकी दे घर रुके, ते अगों फिर रंगड़ा ने हला बोलता महाराज दे उपर, कलगीधर महाराज दे उत्ते। फिर भाई बचित्र सिंह जी नूं गोली वजी, ते फिर महाराज चमकौर दे वल चाले पाए। रास्ते विच कोटला नहीं खां मिलिया, गुरु गोबिंद सिंह महाराज नूं कहंदा कि मुसलमान सी, महाराज दा प्रेमी सी, कहण लगा सच्चे पातशाह इत्थे उतारा करो, पहले मैं शहीद होवांगा, फिर बाद च देखी जाएगी जो भी होगा, मेरी हवेली च चाला चरण पाओ। महाराज ने कहा नहीं भाई, तेरी सेवा नूं भाग लावे, गुरु नानक तेनूं चढ़दी कला बख्शे, ए भाई बचित्र सिंह दी सेवा करो, इहनूं गोली वजी हुई है। ते महाराज फिर अगे चल पे, कहंदे असीं सिंह कहण लगे, फिर 5 सिंह पिछों दी आए भजदे होए, गोलियां वजियां, तलवारां वजे, किधरों लोहू चोरिया सी शरीर दे विचों। कहण लगे सच्चे पातशाह पीछे साडे एक भी सिंह नहीं बचे, हुण सारे शहीद हो गए, ते तुसीं हुण कोई तैयारी करो, पीछे ते फिर फौजां लगियां ने। महाराज कहंदे जिहड़ी थां ते आउणा सी आ गए, हुण इत्थे ही असीं ਉਹ ਜਿਹੜੀ हवेली ना ਉਹਨੂੰ ਲਿਆਓ भी कौन है ਉਹਦੇ ਵਿੱਚ। ਜਦੋਂ ਭਾਈ ਦਇਆ ਸਿੰਘ ਤੇ ਸਿੰਘ ਗਏ ਚਮਕੌਰ ਦੀ ਗੜੀ ਵਿੱਚ, ਉਹਨੂੰ ਮਾਲਕ ਨੂੰ ਦੱਸਿਆ ਵੀ ਚਲੋ ਵੀ ਤੈਨੂੰ ਗੁਰੂ ਸਾਹਿਬ ਜੀ ਬੁਲਾ ਰਹੇ ਹੋ, ਆਨਾਕਾਨੀ ਕਰੇ। ਉਹ ਕਹਿਣ ਲੱਗਾ ਜੀ ਮੇਰੇ ਕੋਲ ਮਾਇਆ ਕੋਈ ਨਹੀਂ ਮੱਥਾ ਟੇਕਣ ਵਾਸਤੇ। ਭਾਈ ਦਇਆ ਸਿੰਘ ਜੀ ਨੇ ਸੋਨੇ ਦੀ ਮੋਹਰ ਕੱਢੀ ਜੇਬ ਵਿੱਚੋਂ, ਕਹਿਣ ਲੱਗੇ ਆ ਲੈ मोरा असी दिने मत्था तू टेक लई। फिर भी आनाकानी करे, सिंघां ने बांह तो फड़ के चुक के फिर महाराज दे कोल लिआंदा। महाराज ने फिर उत्ते गड़ी दे विच उतारा कीता ते धन श्री गुरु गोबिंद सिंह सच्चे पातशाह जी महाराज 35-40 सिंह, 2 वड्डे साहिबजादे 42 ते 43 महाराज आप खुद गड़ी दे विच रुके। ते फिर इधर छोटे साहिबजादे कुंभा मासकी मुसलमान सी, उहदे घर दे विच महाराज माता गुजर कौर जी ते छोटे साहिबजादे बाबा जोरावर सिंह जी, बाबा फतेह सिंह जी रुके। और कुंभा मासकी ने अपने घर दे विच छपरां दित्ती, सेवा कीती। ते साध संगत जी फिर अगे की होया इसका जिक्र आप हुण कल तो शुरू करांगे, क्योंकि अज 6 पौ ते 7 पौ दी रात तो महाराज 12 बजे श्री अनंदपुर साहिब दा किला छड़िया सी। ते फिर साध संगत जी फिर सवेर नूं 7 पौ नूं घमसान दा जंग होया चमकौर दी गड़ी च। ते फिर इहदा विस्तार दे नाल अगे आपां कल दी दीवान दे विच हाजिरी भरांगे। हुण इतनी कुछ सेवा आप सारिਆਂ ने प्रवान करनी। बेनती है भी शहीदी हफ्ता जिहड़ा है वो शुरू हो गया, किरपा करके सारे टाइम दे नाल पहुंचो, जागृति आवे। पहला बहुत घट सी, हुण गुरु महाराज दी किरपा सिखां दे उपर हुण जागृति आ रही हौली हौली। जिवें जिवें जागृति आएगी उवें उवें फिर कौम दी चढ़दी कला होएगी, क्योंकि जिन्ना चिर तक जिस कौम दे विच जागृति पैदा नहीं होंदी, जागृति नहीं होंदी, उन्ना चिर तक कौम दी चढ़दी कला नहीं हो सकती। पर गुरु महाराज दी किरपा है साडी खामगांव दी संगत दे उपर। पिछले साल तो शहीदी हफ्ता आपां ने सारिਆਂ ने शुरू कीता, वध चढ़ के संगतां ने हाजरियां भरीਆਂ ते हुण भी आ रहीਆਂ ने। ते ਜਿਹੜੇ नहीं पहुंचे उन्हां नूं भी प्रेरो ते उन्हां नूं भी कहो भी 7-8 दिन तक 28 तरीक तक शहीदी हफ्ता है। गुरु गोबिंद सिंह सच्चे पातशाह जी महाराज दा परिवार पूरा परिवार शहीद हो गया। सिर्फ महाराज नूं छड्ड के गुरु तेग बहादुर सच्चे पातशाह जी महाराज तो पहला शहीद हो गए सीगे। माता गुजर कौर, 2 छोटे साहिबजादे, वड्डे साहिबजादे बाबा अजीत सिंह जी, जुझार सिंह जी चमकौर दी गड़ी दे विच शहीद हो गए।
अनेक सिंह सुरमे शहीद हो गए। 3 बच्चे सीगे उस वेले महाराज दे नाल माछीवाड़े दे जंगलों के विच। उदों खालसे मुके नहीं, हुण ते तुसीं लखां दी गिणती च हुण तुहानूं कोई नहीं मुका सकदा। ते गुरु दा लगाया होया बूटा सिक्की दा, ये रहिंदी दुनिया तक इनू कोई नहीं मिटा सकेगा। जिन्ना चिर तक नीला आसमान, तारे, सूरज, चंद्रमा, धरती, आसमान रहेगा, उन्ना चिर तक मेरे कलगियां वाले दा सजाया खालसा इस धरती के उपर बरकरार रहेगा। आपको सतनाम। गुरु कृपा करे सारे ते आओ बढ़ चढ़ के सारे अनंत सागर में हाजरी भरो। गुरु महाराज साहब तुहानूं सारिआं नूं चढ़दी कला दी दात बख्शिश करे। यही अरदास है। कल दे दीवान दे विच सत पौ दी कथा करनों आप आरंभ करांगे। राम कली महला तीजान दी ओंकार सतगुरु प्रसाद नंद पया माए। सतगुरु में सतगुरता पाया सहज सिद्धि दुनिया राग तुम परिवार करिए शब्द गाओ शब्द गाओ हरि तेरा मंदिर में वसाया। तेरे मन मेरे आंखों सदा रहो हर डाले। अंगीकारो करे तेरा कारण सब सवाला। कहे नानक मन मेरे सदा रहो हर डाले। कृपा तेरे सब कित है जिसने है सो पावे। नाम दिखे मन वसिया बाजे शब्द गणेरे। कहे नानक सच्चे साहिब ज्ञान नहीं कर। सच नाम मेरा आधारो सच नाम आधार मेरा दिन भूखा सब कमाइया। कर शांति सुख मनाए सिया मेरी इच्छा सब बुझाइया। सदा कुर्बान के कागुर बेटा दुनिया। कहे नानक सुनो सबको शब्द करो प्यारो। सच्चा नाम मेरा आधारो बाजे पंज शब्द की गान समाधि। हर सुभागे शब्द वादे कल्ला जित के तारिया। जिनको से नाम करके लागे। करे नानक देश को आदित करे बाजे। आनंद सुनो गुण भाग्यो सगल मनोरथ पूरे। आदर प्रभाया दुख रोग संताप उतरे सुनी सच्ची बानी। संसाधन भय सबसे बुरी करते जानी। शब्दे पुनित कहते पुनित सतगुरु ने आप पूरे। मेरे भक्त नानक गुरु चरण लागे लागे अनहद गुरे सुनो। पवन गुरु पानी पिता माता करत बात। दिल से रात दे दाई दाया खिले सगल जगत। सन्याया पुनिया बचे कर्म दूर कर्मी आप आपनी। वाहिगुरु जिनी नाम दिया के सुख धाल। नानक के मुख उजले के में छुपे नाम बोलो। वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह। जिन्ना जिन्ना प्रेमियों ने कीर्तन बेटा हाजिर करवाई है। सतगुरु सच्चे पातशाह जी महाराज सुखना दे नाम जान जान खजाने भरपूर चढ़दियां कला दियां दातां मालक जी बख्शिश करन। यही अरदास है जी। वाहिगुरु जी का खालसा वाहिगुरु जी की फतेह। तू ठाकुर तुम